ठीक है, पहले तो इन्हें आइडियल होना जरूरी आ, फिर आप मैक्सिमल की गल करांगे। हुण कहंदा भी इस तो इलावा अगर कोई आइडियल एग्जिस्ट कर गया, ठीक है, इस तो इलावा जे मान लो आप कहने विचाले आ तो वह विचाले नहीं होएगा, जां तां जिहड़ा मैं इहनूं नाम दिना आ ब्लैक वाला आई, जां तां ये आई एम दे बराबर होएगा, जां मेरे को की होएगा आई आर दे बराबर होएगा। कहने का मतलब की आ, एम तो इलावा अगर कोई एग्जिस्ट करदा आ, जां तां वो आर दे बराबर होएगा जां वो एम दे ही बराबर होएगा, वो इन बिटवीन नहीं होएगा। ਦਿੱਤਾ ਹੈ ਤਾਂ ਇਹਦੇ ਵਿਚਾਲੇ ਹੋਰ ਨਹੀਂ ਕੁਝ ਫਿੱਟ ਹੋਏਗਾ, ਉਹ ਇੱਕੋ ਹੀ ਬਾਕਸ ਹੋਏਗਾ ਜਿਹਦੇ ਵਿੱਚ ਆਪਾਂ ਜਾ ਕੇ ਰੱਖ ਦਿੰਦੇ। ਠੀਕ ਹੈ ਜੀ। ਸੈਕੰਡ ਐਗਜ਼ਾਮਪਲ, ਸੈਕੰਡ ਡੈਫੀਨੇਸ਼ਨ ਦੇਖੋ ਧਿਆਨ, ਸੈਟ ਮੈਕਸਿਮਲ whenever k is an ideal of r such that either k is equal to m or k is equal to r। ਜਿੱਥੇ ਮੈਂ i ਬੋਲਿਆ ਸੀ ਇਹਨਾਂ ਨੇ ਕੀ ਲਿਆ ਹੋਇਆ ਆਪਣੇ ਕੋਲੇ m ਕਿਆ ਹੋਇਆ, ਸੌਰੀ ਇਹਨਾਂ ਨੇ ਕੀ ਕਿਹਾ ਹੋਇਆ k ਕਿਆ ਹੋਇਆ। ਹੁਣ ਦੇਖੋ ਇਹਨੂੰ ਚੈੱਕ ਕਰਨਾ ਬੜਾ ਸੌਖਾ ਆ, ਕਿੱਦਾਂ ਕਹਿੰਦਾ 2z ਦਾ ਆਈਡੀਅਲ ਆ। ਵੈਸੇ ਪਹਿਲਾ ਨੋਟ ਲਿਖ ਲਓ, ਨੋਟ pz is always maximal ideal of z। p ਕੀ ਆ ਮੇਰੇ ਕੋਲੇ, p is ਇਹਦਾ मैक्सिमल आइडियल होएगा। ठीक है। सेकंड, अगर मेरे को p कंपोजिट, नोट ही नाल कर लो, p ਜਾਂ ਆਪਾਂ ਇਹਨੂੰ ਇਦਾਂ ਲਿਖਦੇ nz is not maximal ideal if n is composite number। अगर ये मेरे को कंपोजिट नंबर मिल जाए तो, ठीक है जी। क्यों वो भी मैं तुहानूं दसदा हां। आ देखो जी एग्जाम्पल लिखी हुई आ, कहना मेरे को की आ 6z लिया, आ की लै लिया मैं z लै लिया, ਇਹਦੇ ਚ मैं की लै लिया 6z लै लिया। ਹੁਣ ਕਹਿੰਦਾ ਇਹਦੇ ਇਨ ਬਿਟਵੀਨ ਇਸ ਜਗ੍ਹਾ ਤੇ ਤੁਹਾਨੂੰ ਕੋਈ ਵੀ ਆਈਡੀਅਲ ਨਹੀਂ ਮਿਲਣਾ ਚਾਹੀਦਾ ਹੋਰ। 6z ਦਾ ਮਤਲਬ ਕੀ ਹੁੰਦਾ ਤੁਹਾਡੇ ਕੋਲੇ 6 ਦੇ ਮਲਟੀਪਲਸ 0 6 12 ਸੋ ਔਨ, ਇਧਰ ਨੂੰ -6 -2 ਤੇ ਬਟ ਇੱਥੇ ਜਦੋਂ ਮੈਂ ਦੇਖਦਾ 3z ਪਿਆ ਆ, 3z ਪਏ ਹੋਣ ਦਾ ਮਤਲਬ ਕੀ ਆ -6 -3 0 3 6। ਹੁਣ ਦੇਖੋ ਆ ਜਿਹੜਾ 6z ਆ ਇਹ ਪੂਰੇ ਦਾ ਪੂਰਾ ਕਾਦੇ ਵਿੱਚ ਆ 3z ਦੇ ਵਿੱਚ ਹੈਗਾ, ਤੇ ਇਹ 3z ਅੱਗੇ ਕਾਦੇ ਵਿੱਚ ਹੈਗਾ ਆ z ਦੇ ਵਿੱਚ ਹੈਗਾ, ਵਿਚਾਲੇ ਇੱਕ ਆਈਡੀਅਲ ਮਿਲ ਗਿਆ ਕੌਣ 3z। ਇਟ ਮੀਨਸ ਮੇਰੇ ਕੋਲ ਕੀ ਆ 6z ਕੀ ਆ ਮੇਰੇ ਕੋਲ ਨॉट ਪ੍ਰਾਈਮ, ਸੌਰੀ ਮੈਕਸਿਮਲ ਆਈਡੀਅਲ। ਪ੍ਰਾਈਮ ਦੀ ਵੀ ਸੇਮ ਹੀ ਹੁੰਦਾ ਹੈ, ਠੀਕ ਹੈ ਜੀ, ਉਹ ਆਪਾਂ ਕਰਦੇ ਥੋੜਾ ਜਿਹਾ ਫਰਕ ਹੁੰਦਾ ਡੈਫੀਨੇਸ਼ਨ ਚ ਉਹਦਾ, ਠੀਕ ਹੈ ਜੀ। ਹੁਣ ਅੱਗੇ ਦੇਖੋ, अगर तुसी इस तरह की प्रोडक्ट फॉर्म दे विच देखना होवे तां जिवें Z क्रॉस Z, हुण इहदे च की आ जिवें PZ ते इस तरह Z लै लोगे, जां तुसी Z क्रॉस PZ लै लोगे तां आ P प्राइम ही मनना अपना, P इज प्राइम। तां इह मेरे कोले सारे की होणगे इस तरह की फॉर्म दे मैक्सिमल आइडियल होणगे। मैक्सिमल आइडियल ऑफ Z क्रॉस Z ना सर। हाँ जी, नोट करो जी, अगे अगे आगे अपने को प्राइम आइडियल। प्राइम आइडियल की कहना है, मान लो आ मेरे को आर आ ਇਹਦੇ ਚ एक आइडियल P आ, ये प्राइम आइडियल कदों होएगा नोट करो जरा ਉਹਨੂੰ। अगर मेरे को ਇਹਦੇ ਵਿੱਚ A डॉट B हैगा आ ਤੇ ਜਾਂ ਤਾਂ ਮੇਰੇ ਕੋਲੇ ਕੀ ਹੋਏਗਾ ਇੱਥੇ, ठीक है, ਜਾਂ ਤਾਂ ਮੇਰੇ ਕੋਲੇ ਕੀ करेगा A बिलोंग करेगा ਜਾਂ B बिलोंग करेगा P ने, दोनों ਦੇ ਵਿੱਚੋਂ ਇੱਕ एलिमेंट मेरे को कादे च होएगा
P ਦੇ ਵਿੱਚ ਹੋਏਗਾ। ਠੀਕ ਹੈ ਜੀ, ਨੋਟ ਕਰ ਲਓ, ਜਾਂ ਤਾਂ ਮੇਰੇ ਕੋਲ A ਇੱਥੇ ਹੋਏਗਾ, B ਬਾਹਰ ਹੋਏਗਾ, ਜਾਂ ਦੂਸਰੀ ਕੰਡੀਸ਼ਨ ਕੀ ਹੋਏਗੀ, B ਇੱਥੇ ਹੋਏਗਾ ਤੇ A ਬਾਹਰਲੇ ਬੰਨੇ ਹੋਏਗਾ। ਠੀਕ ਹੈ, ਦੋਨਾਂ ਦੇ ਵਿੱਚੋਂ ਇੱਕ ਐਲੀਮੈਂਟ ਅੰਦਰ ਹੋਣਾ ਚਾਹੀਦਾ, ਇੱਕ ਰਿੰਗ ਦੇ ਵਿੱਚ ਹੋਣਾ ਚਾਹੀਦਾ। ਠੀਕ ਹੈ ਜੀ, ਅਗਰ ਉਹਨਾਂ ਦੋਵਾਂ ਦੀ ਪ੍ਰੋਡਕਟ ਕਾਹਦੇ ਚ ਆ, P ਦੇ ਵਿੱਚ ਹੈਗੀ ਆ ਤਾਂ। ਹੁਣ ਇਹਦਾ ਕੰਟਰਾਡਿਕਟਰੀ ਆਪਾਂ ਉਲਟਾ ਵੀ ਦੇਖ ਸਕਦੇ ਹਾਂ। ਉਲਟੀ ਸੈਕੰਡ ਐਗਜ਼ਾਮਪਲ ਦੇਖੋ, P ਕੀ ਆ, ਮੇਰੇ ਕੋਲੇ R ਦੇ ਬਰਾਬਰ ਹੈ ਨਹੀਂਗਾ। ਕਹਿਣ ਨਾਲ ਕੀ ਆ, ਮੇਰੇ ਕੋਲੇ R ਆ, P ਵਿੱਚ ਆ ਉਹਦੇ। ਅਗਰ AB, ਠੀਕ ਆ, ਮੇਰੇ ਕੋਲੇ ਅਗਰ ਕੀ ਆ, A ਵੀ P ਨੂੰ ਨਹੀਂ ਬਿਲੋਂਗ ਕਰਦਾ, B ਵੀ P ਨੂੰ ਨਹੀਂ ਬਿਲੋਂਗ ਕਰਦਾ, ਤਾਂ ਇਹ ਜਿਹੜਾ AB ਆ ਇਹ ਵੀ P ਨੂੰ ਨਹੀਂ ਬਿਲੋਂਗ ਕਰਦਾ, ਤਾਂ ਮੇਰੇ ਕੋਲੇ ਤਾਂ ਵੀ ਕੀ ਹੋਏਗਾ। ਕਹਿਣ ਦਾ ਮਤਲਬ ਕੀ ਆ, ਅਗਰ ਮੈਂ A ਤੇ B ਇਥੋਂ ਲਏ, ਠੀਕ ਆ, ਬਾਹਰੋਂ ਲਏ, ਇਹਨਾਂ ਦੋਵਾਂ ਦੀ ਪ੍ਰੋਡਕਟ ਵੀ ਬਾਹਰ ਹੀ ਰਹੇਗੀ, ਤਾਂ ਵੀ ਮੇਰੇ ਕੋਲੇ ਕੀ ਹੋ ਜਾਏਗਾ, ਇਹ ਪ੍ਰਾਈਮ ਆਈਡੀਅਲ ਹੋ ਜਾਏਗਾ। ਠੀਕ ਹੈ ਜੀ, ਦੋਨੋਂ ਸੇਮ ਆ। ਠੀਕ ਹੈ, ਦੋਨੋਂ ਡੈਫੀਨੇਸ਼ਨਸ ਹੋਊਗਾ, ਫਸਟ ਤੇ ਸੈਕੰਡ। ਹਾਂਜੀ, ਅਗਲਾ ਦੇਖ ਲਓ, ਅਗਰ P ਮੇਰੇ ਕੋਲੇ R ਦੇ ਬਰਾਬਰ ਨਹੀਂਗਾ, ਅਗਰ ਇਹ ਮੇਰੇ ਕੋਲੇ ਨਾਟ ਪ੍ਰਾਈਮ ਆਈਡੀਅਲ ਆ, then there exists two element AB belongs to R such that AB P ਨੂੰ belong ਨਹੀਂ ਕਰਦਾ, P ਵੀ B ਨੂੰ belong ਨਹੀਂ ਕਰਦਾ, ਤਾਂ ਫਿਰ ਮੇਰੇ ਕੋਲ ਕੀ ਹੈ, ਇਹਨਾਂ ਦੀ ਜਿਹੜੀ ਪ੍ਰੋਡਕਟ ਆ ਉਹ ਵੀ ਕਿਹਨੂੰ ਆ, ਠੀਕ ਹੈ, ਉਲਟਾ ਲੈ ਕੇ ਚੱਲਦੇ ਪਏ ਆ, P is not prime ideal। ਠੀਕ ਆ, ਤਾਂ ਮੇਰੇ ਕੋਲੇ AB ਅਗਰ P ਨੂੰ belong ਕਰ ਜੇ ਤਾਂ ਉਹ ਕੀ ਹੋਏਗਾ, ਮੇਰੇ ਕੋਲੇ not prime ideal। ਉਲਟਾ ਲੈ ਕੇ ਚੱਲੇ ਸੀ ਇਸ ਵਾਰ। ਜੀ ਐਗਜ਼ਾਮਪਲ ਚੈੱਕ ਕਰ ਲਓ ਇਹਦੀਆਂ। ਹਾਂਜੀ, ਫਸਟ ਐਗਜ਼ਾਮਪਲ ਇੰਟੀਜਰਸ ਦੀ ਗੱਲ ਕਰਦਾ, 0 ਮੇਰੇ ਕੋਲੇ ਕੀ ਹੋਏਗਾ, ਆਲਵੇਜ਼ ਕੀ ਹੋਏਗਾ, ਪ੍ਰਾਈਮ ਆਈਡੀਅਲ। ਹੁਣ ਕਹਿਣ ਦਾ ਮਤਲਬ ਕੀ ਆ, ਦੇਖੋ ਆ ਵਿੱਚ 0 ਪਈ ਕੱਲੀ, ਆ ਮੇਰੇ ਕੋਲੇ ਕੀ ਪਿਆ, ਰਿੰਗ ਪਿਆ, ਆ ਮੇਰੇ ਕੋਲੇ ਪ੍ਰਾਈਮ। ਹੁਣ ਇਹ ਐਲੀਮੈਂਟ ਹੀ ਇੱਕੋ ਆ, ਕਿਹੜਾ, 0। ਹੁਣ ਜਿਹੜਾ ਮਰਜੀ ਮੈਂ ਐਲੀਮੈਂਟ ਇਥੋਂ ਲੈ ਲਾਂ, ਮੰਨ ਲਓ A ਲਿਆ, A.0 is equal to 0 ਹੀ ਹੋਏਗੀ ਨਾ। 0 ਤਾਂ ਕਿਹਨੂੰ, P ਨੂੰ ਬਿਲੋਂਗ ਕਰਦੀ ਪਈ ਆ, A ਕਿਹਨੂੰ ਬਿਲੋਂਗ ਕਰਦਾ ਪਿਆ, ਨਾਟ P, ਮਤਲਬ ਦੋਨਾਂ ਚੋਂ ਇੱਕ ਬਿਲੋਂਗ ਕਰਨਾ ਚਾਹੀਦਾ, ਇਸ ਕਰਕੇ 0 ਮੇਰੇ ਕੋਲ ਕੀ ਬਣਦੀ ਆ, ਪ੍ਰਾਈਮ ਆਈਡੀਅਲ। ਅੱਗੇ ਦੇਖ ਲਓ, 4Z is not prime ideal of Z। 4Z not prime ideal of Z, ਕਿਉਂ, ਦੇਖੋ 2.2 ਕੀ ਆ, ਮੇਰੇ ਕੋਲੇ 4, ਇਹ ਮੇਰੇ ਕੋਲੇ ਕੀ ਆ, 4Z ਦੇ ਵਿੱਚ ਹੈਗਾ ਆ, ਬਟ ਮੇਰੇ ਕੋਲੇ ਕੀ ਆ, ਆ ਦੋਨੋਂ 2 ਆ ਨਾ, 2 ਕਾਦੇ ਚ ਹੈ ਨਹੀਂਗਾ, ਮੇਰੇ ਕੋਲੇ ਇਸ ਤਰ੍ਹਾਂ ਬਣਦਾ ਪਿਆ। ਦੇਖੋ ਆ ਮੇਰੇ ਕੋਲੇ ਕੀ ਆ, Z, ਇਹਦੇ ਅੰਦਰ ਮੇਰੇ ਕੋਲੇ ਕੀ ਆ, 4Z ਆ, ਅੰਦਰ ਹੀ ਹੋਏਗਾ ਨਾ। ਹੁਣ ਇਹਦੇ ਵਿੱਚ ਮੇਰੇ ਕੋਲੇ 4 ਤਾਂ ਪੱਕਾ ਹੀ ਹੋਇਆ, ਕਿਉਂਕਿ 4 ਦੇ ਮਲਟੀਪਲ ਆ, ਮੈਂ 4 ਨੂੰ ਲਿਖਤਾ 2.2। ਠੀਕ ਹੈ, 2.2, ਇਹਨੂੰ A ਮੰਨ ਲਿਆ, ਇਹਨੂੰ B ਮੰਨ ਲਿਆ, ਜਾਂ ਤਾਂ A ਵਿੱਚ ਹੋਣਾ ਚਾਹੀਦਾ, ਜਾਂ ਠੀਕ ਹੈ, ਨਾ ਤਾਂ ਮੇਰੇ ਕੋਲੇ A ਇਹਦੇ ਚ ਆ ਤੇ ਨਾ ਮੇਰੇ ਕੋਲੇ B ਇਹਦੇ ਚ ਆ, ਦੋਨਾਂ ਚੋਂ ਇੱਕ ਹੋਣਾ ਚਾਹੀਦਾ ਸੀ, ਇਸ ਕਰਕੇ ਕੀ ਬਣ ਗਿਆ, ਮੇਰੇ ਕੋਲੇ 4 ਕੰਡੀਸ਼ਨ ਉਸੇ ਤਰ੍ਹਾਂ ਹੀ, PZ is always prime ideal of Z if and only if P is prime। अगर मेरे को P कोई प्राइम आ तो A ਦਾ ਕੀ ਹੋਏਗਾ, always prime ideal ਹੋਏਗਾ। ਹਾਂਜੀ, ਕਰੀਏ ਸਟਾਰਟ ਜੀ। ਓਕੇ ਜੀ, ਇੱਕ ਕੁਐਸਚਨ ਤੁਹਾਡੇ ਵਾਸਤੇ ਹੋਰ, Q cross Q ਇੰਟੈਗਰਲ ਡੋਮੇਨ ਹੈਗੀ ਹੈ ਕਿ ਨਹੀਂ? Q cross Q ਦਾ ਮਤਲਬ ਕੀ ਆ, ਤੁਸੀਂ ਇਹਦੇ ਚ A ਤੇ B ਦੋ ਐਲੀਮੈਂਟ ਲੈਣੇ ਨੇ, ਪਹਿਲਾ A ਵੀ Q ਨੂੰ ਬਿਲੋਂਗ ਕਰਦਾ ਆ ਤੇ ਦੂਸਰਾ A ਵੀ Q ਨੂੰ ਬਿਲੋਂਗ ਕਰਦਾ, B ਕਹਿ ਲਓ ਭਾਵੇਂ। ਠੀਕ ਆ, ਇੰਟੈਗਰਲ ਡੋਮੇਨ ਹੈਗਾ? ਯੈਸ ਸਰ। ਨਹੀਂਗਾ, ਕਿਉਂ? ਹੁਣ ਇਹ ਫੀਲਡ ਨਹੀਂ ਦੇਖਣਾ ਆਪਾਂ। ਹੁਣ ਦੇਖੋ ਇਹਦੇ ਚ ਇੱਕ ਐਲੀਮੈਂਟ ਹੋਏਗਾ ਤੁਹਾਡੇ,
ਪਹਿਲੇ ਚ 0 ਦੂਸਰੇ ਚ 1 ਹਜੇ ਤਾਂ ਮੈਂ ਦੋ ਹੀ ਲਏ ਆ। ਹੁਣ ਜਦੋਂ ਮੈਂ ਦੋਨਾਂ ਨੂੰ ਮਲਟੀਪਲਾਈ ਕੀਤਾ ਤਾਂ ਕੀ ਹੋਏਗਾ 1 into 0 1 plus 0 into 1 1 into 0 0 0 into 1 0 ਦੋਨੋਂ ਕੀ ਬਣ ਗਏ 0 ਮਤਲਬ ਦੋ ਨॉन ਜ਼ੀਰੋ ਦੀ ਪ੍ਰੋਡਕਟ ਕਿੰਨੀ ਬਣ ਗਈ 0 ਬਣ ਗਈ। ਠੀਕ ਹੈ ਹੁਣ ਇਹਦਾ ਮਤਲਬ ਕੀ ਆ ਜਦੋਂ ਵੀ ਤੁਹਾਡੇ ਕੋਲੇ ਇਸ ਤਰ੍ਹਾਂ ਦਾ ਕੋਈ ਵੀ ਪ੍ਰੋਡਕਟ ਫਾਰਮ ਦੇ ਵਿੱਚ ਮਿਲ ਜੇ ਤਾਂ ਉਹ ਕਦੇ ਵੀ ਇੰਟੈਗਰਲ ਡੋਮੇਨ ਨਹੀਂ ਬਣੇਗਾ। ਫਾਰ ਐਗਜ਼ਾਮਪਲ ਇਸ ਤਰ੍ਹਾਂ ਭਾਵੇਂ ਤੁਸੀਂ ਇਸ ਤਰ੍ਹਾਂ ਲਿਖ ਦਿਓ, ਭਾਵੇਂ ਤੁਸੀਂ Q ਕ੍ਰਾਸ R ਲਿਖ ਦਿਓ, ਭਾਵੇਂ ਤੁਸੀਂ Z ਕ੍ਰਾਸ Z ਲਿਖ ਦਿਓ। ਇਸ ਤਰ੍ਹਾਂ ਦਾ ਤੁਹਾਨੂੰ ਅਗਰ ਕੁਝ ਵੀ ਮਿਲ ਜੇ ਤਾਂ ਉਹ ਤੁਹਾਡੇ ਕੋਲੇ ਕੀ ਹਾਂਜੀ 1 ਦੀ ਜਦੋਂ 0 ਨਾਲ ਕਰੀਏ ਫੇਰ ਹੀ 0 ਬਣਿਆ ਨਾ, ਪ੍ਰੋਪਰ 0 ਡਿਵਾਈਜ਼ਰ ਤਾਂ ਨਹੀਂ ਹੈਗਾ ਇਹ ਫਿਰ। ਇਹ ਪ੍ਰੋਪਰ ਜ਼ੀਰੋ ਡਿਵਾਈਜ਼ਰ ਹੀ ਹੈ ਨਾ। ਪ੍ਰੋਪਰ ਜ਼ੀਰੋ ਡਿਵਾਈਜ਼ਰ ਦਾ ਮਤਲਬ ਕੀ ਹੁੰਦਾ ਜਦੋਂ ਦੋ ਸਰ ਨॉन ਬੋਥ ਜ਼ੀਰੋ ਨਾਨ ਜ਼ੀਰੋ ਨੇ। ਹਾਂ ਬੋਥ ਫਿਰ 1 ਤੇ 0 ਦੇ ਵਿੱਚ ਇੱਕ ਆ ਵੀ ਨॉन ਜ਼ੀਰੋ ਆ ਠੀਕ ਹੈ। ਆ ਵੀ ਨॉन ਜ਼ੀਰੋ ਨਾ। ਠੀਕ ਹੈ ਸਰ ਆਪਾਂ ਪੇਅਰ ਸਿਰਫ ਐਲੀਮੈਂਟ ਦੀ ਲਵਾਂਗੇ ਗੱਲ ਕਰ ਰਹੇ ਠੀਕ ਹੈ। ਹਾਂਜੀ ਹਾਂ ਪੇਅਰ ਲਵਾਂਗੇ ਮੈਂ 1 ਦੀ 0 ਨਾਲ ਕਰ ਰਹੀ ਹਾਂ ਐਲੀਮੈਂਟ ਲੈ ਰਹੀ ਹਾਂ ਕੱਲਾ ਕੱਲਾ। ਠੀਕ ਆ ਇਸ ਤਰ੍ਹਾਂ ਦਾ ਤੁਹਾਨੂੰ ਕੁਝ ਵੀ ਮਿਲ ਜੇ ਤਾਂ ਉਹ ਹਮੇਸ਼ਾ ਹੀ ਤੁਹਾਡੇ ਕੋਲੇ ਕੀ ਹੋਏਗਾ ਨਾਟ ਫੀਲਡ ਹੋਏਗਾ। ਕਈ ਵਾਰ ਮਿਲ ਜਾਂਦਾ ਇਸ ਤਰ੍ਹਾਂ ਪਿਆ ਹੋਇਆ। ਠੀਕ ਹੈ ਜੀ ਇਹਨੂੰ ਨੋਟ ਕਰਕੇ ਰੱਖ ਲਓ। ਓਕੇ ਜੀ ਮੈਕਸਿਮਲ ਆਈਡੀਅਲ। ਮੈਕਸਿਮਲ ਆਈਡੀਅਲ ਕੀ ਕਹਿੰਦਾ ਐਨ ਆਈਡੀਅਲ ਪਹਿਲਾਂ ਤਾਂ ਮੇਰੇ ਕੋਲ ਆਈਡੀਅਲ ਹੋਣਾ ਚਾਹੀਦਾ M is said to be a maximal ideal of R if there does not exist any ideal K ਜਿਹੜਾ ਕੀ ਕਰੇ M ਨੂੰ ਕੰਟੇਨ ਕਰੇ। ਠੀਕ ਹੈ ਯਾਨੀ ਕਿ ਆਪਣੇ ਕੋਲੇ ਵਿਚਾਲੇ ਆ ਜਾਏ ਕਿਸੇ ਇਹਦੇ ਕਹਿਣ ਦਾ ਮਤਲਬ ਮੰਨ ਲਓ ਮੈਂ ਆਹ ਵਾਲਾ R ਲੈਣਾ ਇਹਦੇ ਵਿੱਚ ਮੇਰੇ ਕੋਲੇ ਕੀ ਆ M ਆ ਤੇ ਕਹਿੰਦਾ ਕੀ ਆ ਇਹਦੇ ਵਿੱਚ ਇੱਥੇ ਕੋਈ ਹੋਰ ਆਈਡੀਅਲ ਨਹੀਂ ਆਏਗਾ। ਠੀਕ ਹੈ ਆ ਜਿਹੜਾ ਵਿੱਚ ਵਾਲਾ ਇੱਥੇ ਨਵਾਂ ਆਈਡੀਅਲ ਨਹੀਂ ਆਏਗਾ। ਜੇ ਆਇਆ ਮੰਨ ਲਓ ਮੈਂ ਇੱਥੇ ਇਹਨੂੰ ਕਹਿਦਾ ਮੈਂ ਕੋਈ K ਆ ਗਿਆ ਜੇ ਆਇਆ ਜਾਂ ਤਾਂ ਉਹ M ਦੇ ਬਰਾਬਰ ਹੋਏਗਾ ਜਾਂ ਉਹ ਕਿਹਦੇ ਬਰਾਬਰ ਹੋਏਗਾ ਜਿਹੜਾ ਆਈਡੀਅਲ ਆਪਾਂ ਓਕੇ ਇਹਨੂੰ I ਕਹਿ ਦਿਓ। ਠੀਕ ਹੈ ਮੈਂ ਇਹਨੂੰ K ਲਿਖ ਦਿੱਤਾ ਤੇ ਜਾਂ ਮੇਰੇ ਕੋਲੇ ਉਹ ਵਾਲਾ ਜਿਹੜਾ I ਆ R ਦੇ ਬਰਾਬਰ ਹੋਏਗਾ ਮਤਲਬ ਵਿਚਾਲੇ ਨਹੀਂ ਹੋਏਗਾ। ਉਹ ਅਸਲ ਦੇ ਵਿੱਚ ਹੈਗਾ ਕਿੱਥੇ ਆ ਜਾਂ ਤਾਂ ਇੱਥੇ ਹੋਏਗਾ ਜਾਂ ਉਹ ਇੱਥੇ ਹੋਏਗਾ ਵਿਚਾਲੇ ਨਹੀਂ ਹੋਏਗਾ। ਠੀਕ ਹੈ ਉਹਨੂੰ ਬੋਲਾਂਗੇ ਆਪਾਂ ਮੈਕਸਿਮਲ ਆਈਡੀਅਲ। ਠੀਕ ਹੈ ਜੀ ਲੱਗਾ ਸਮਝ। ਜਿਵੇਂ ਆਪਾਂ ਗੇਮ ਨਹੀਂ ਖੇਡਦੇ फोर ਦੇ ਮਲਟੀਪਲ -8 -4 0 4 8 ਠੀਕ ਹੈ ਜੀ ਮਤਲਬ ਜਿੰਨਾ ਵੀ ਅੱਗੇ ਲੱਗਾ ਉਹਦਾ ਮਤਲਬ ਕੀ ਹੁੰਦਾ ਉਹਦੇ ਚ ਕਿੰਨੇ ਐਲੀਮੈਂਟ ਹੋਣਗੇ ਉਸੇ ਦੇ ਮਲਟੀਪਲ ਹੋਣਗੇ। ਠੀਕ ਹੈ ਜੀ ਤਾਂ ਇਹਦਾ ਮਤਲਬ ਕੀ ਆ ਇਹਦੇ ਚ ਜ਼ਿਆਦਾ ਐਲੀਮੈਂਟ ਹੁੰਦੇ ਆ ਇਹਦੇ ਚ ਥੋੜੇ ਹੋਣਗੇ ਮਤਲਬ ਜਿੰਨਾ Z ਦੇ ਅੱਗੇ ਵੱਡਾ ਨੰਬਰ ਲੱਗਦਾ ਗਿਆ ਉਹਦੇ ਚ ਉਨੇ ਐਲੀਮੈਂਟਸ ਘਟਦੇ ਜਾਣੇ। ਠੀਕ ਹੈ ਜਿੰਨਾ ਇਧਰ ਛੋਟਾ ਹੋਇਆ ਉਨੇ ਐਲੀਮੈਂਟ ਵਿੱਚ ਜ਼ਿਆਦਾ ਹੋਣ। ਠੀਕ ਹੈ ਜੀ ਓਕੇ ਜੀ ਅੱਗੇ ਚੱਲਦੇ ਹਾਂ। ਹਾਂਜੀ ਇੱਕ ਮੜੀ ਜਿਹੀ ਬ੍ਰੇਕ ਲੈ ਲਈਏ। ਹਾਂਜੀ ਹੁਣ ਤੱਕ ਜੇ ਕਿਸੇ ਨੂੰ ਕੁਝ ਨਹੀਂ ਸਮਝ ਲੱਗਾ ਤਾਂ ਦੱਸ ਦਿਓ। ਓਕੇ ਜਿੰਨਾ ਕਿ ਮੈਂ ਪੜਿਆ ਉਹਨਾਂ ਚ ਤੁਹਾਡੇ ਵਾਸਤੇ ਇੱਕ ਦੋ ਕੁਐਸਚਨ ਪੁੱਟ ਕਰ ਲੱਗਾ। ਓਕੇ ਹਾਂਜੀ Q ਆ ਹਾਂਜੀ ਇਹਦੇ ਆਈਡੀਅਲ ਕਿੰਨੇ ਹੋਣਗੇ ਸਾਰੇ ਜਣੇ ਬੋਲ ਦਿਓ। Q ਦੇ ਆਈਡੀਅਲ ਕਿੰਨੇ ਹੋਣਗੇ। ਹਾਂਜੀ 100 ਹੀ ਜਾਂਦੇ ਹੋ ਬੋਲਦਾ ਦਿਆ ਕਰੋ ਵੀ ਇਹ ਫੀਲਡ ਆ ਤੇ ਇਹਦੇ ਦੋ ਹੀ ਹੋਣਗੇ। ਦੋ ਹੀ ਹੋਣਗੇ 0 ਤੇ Q ਠੀਕ ਹੈ ਜੀ ਹਮ Z7 ਇਹਦੇ ਕਿੰਨੇ ਹੋਣਗੇ। ਇਹਦੇ ਵੀ ਦੋ ਹੀ ਹੋਣਗੇ। ਹਾਂਜੀ ਇਹ ਵੀ ਆਪਣੇ ਕੋਲੇ ਕਿਉਂ ਫੀਲਡ ਆ ਫੀਲਡ ਕਿਉਂਕਿ ਪ੍ਰਾਈਮ 7 ਪ੍ਰਾਈਮ ਨੰਬਰ ਸਕਦਾ ਕਿੰਨੇ ਹੋਣਗੇ 0 ਤੇ 1 ਇਹਦੇ ਨਿਲਪੋਟੈਂਟ ਐਲੀਮੈਂਟ ਪੁੱਛ ਸਕਦਾ ਆ 0 ਠੀਕ ਹੈ ਜੀ 2Z ਹਾਂਜੀ ਇਹ ਆਪਣੇ ਕੋਲੇ ਕੀ ਕਮਿਊਟੇਟਿਵ ਹੈਗਾ ਇਹਨੂੰ ਲਿਖ ਲਓ ਇਸ ਤਰ੍ਹਾਂ ਲਿਖ ਲਿਆ ਕਰੋ ਮੜਾ ਜਾ -4 -2 0 2 4 ਹੁਣ ਆਪਾਂ ਨੂੰ ਪਤਾ
ਇੰਟੀਜ਼ਰ ਤਾਂ ਆਪਣੇ ਕੋਲੇ ਹਮੇਸ਼ਾ ਕਮਿਊਟੇਟਿਵ ਹੋਣਗੇ। कम्यूटेटिव है। ਹਾਂਜੀ ਇਹ ਇਹਦੇ ਚ ਯੂਨਿਟੀ ਹੈਗੀ? नो सर। 1 ही है। ਠੀਕ ਆ, ਨਹੀਂ ਹੈਗਾ। ਹਾਂਜੀ ਇੰਟੈਗਰਲ ਡੋਮੇਨ ਹੈਗਾ ਇਹ? नो सर। ਹਾਂਜੀ ਨਹੀਂ ਹੈਗਾ। है 0 आ गई ना अच्छा। ਹਾਂਜੀ 0। ਹਾਂਜੀ ਕਮਿਊਟੇਟਿਵ ਰਿੰਗ ਵਾਸਤੇ ਆਪਾਂ ਕੀ ਦੇਖਣਾ ਸੀਗਾ ਇੰਟੈਗਰਲ ਡੋਮੇਨ ਵਾਸਤੇ? ਹਾਂਜੀ ਪ੍ਰੋਪਰ ਜ਼ੀਰੋ ਡਿਵਾਈਜ਼ਰ ਚੈੱਕ। ਹਾਂਜੀ प्रॉपर ਨੋ जीरो डिवाइजर। ਪ੍ਰੋਪਰ ਜ਼ੀਰੋ। ਪਰ ਉਸ ਤੋਂ ਪਹਿਲਾਂ ਵੀ ਇੱਕ ਚੀਜ਼ ਮੈਂ ਲਿਖਾਈ ਸੀ, ਜੇ ਤੁਹਾਨੂੰ ਇੰਟੈਗਰਲ ਡੋਮੇਨ ਦੀ ਡੈਫੀਨੇਸ਼ਨ ਯਾਦ ਹੋਵੇ ਤਾਂ। ਯਾਦ ਹੈ ਜੀ? ਕਮਿਊਟੇਟਿਵ ਰਿੰਗ ਵਿਦ यूनिटी। यूनिटी। कम्यूटेटिव रिंग सर यूनिटी जब जीरो डिवाइजर ना होना। ठीक है, नो प्रॉपर जीरो डिवाइजर। कम्यूटेटिव हैगा या यूनिटी है नहीं सी, यस सर ਤਾਂ ਕਰਕੇ ਕੀ ਆ ਇਹ ਮੇਰੇ ਕੋਲ ਇੰਟੈਗਰਲ ਡੋਮੇਨ ਨਹੀਂ ਬਣਿਆ। ਠੀਕ ਹੈ ਜੀ, नहीं ਓਕੇ होगा। ਓਕੇ ਜੀ। ਉਸ ਤੋਂ ਬਾਅਦ ਇਹ ਡਿਵੀਜ਼ਰ ਰਿੰਗ ਹੈਗਾ? ਡਿਵੀਜ਼ਰ ਰਿੰਗ ਚ ਕੀ ਹੁੰਦਾ? ਹਰ ਇੱਕ ਐਲੀਮੈਂਟ ਦਾ ਇਨਵਰਸ ਹੋਣਾ ਚਾਹੀਦਾ। इनवर्स ਨਹੀਂ ਹੈਗਾ। ਮੰਨ ਲਓ ਮੈਂ 2 ਹੀ No, ਲੈ ਲਾਂ, sir. 2 ਦਾ ਇਨਵਰਸ 1/2 ਹੁੰਦਾ ਹੈ ਨਹੀਂਗਾ ਵਿੱਚ। जीरो का भी नहीं है। ਹਾਂਜੀ तो ਜ਼ੀਰੋ ਦਾ ਵੀ ਨਹੀਂ कॉम्प्लीमेंट। ਹੈਗਾ। ਨॉन ਜ਼ੀਰੋ ਐਲੀਮੈਂਟ ਦਾ ਦੇਖਣਾ ਹੁੰਦਾ, ਜ਼ੀਰੋ ਦਾ ਨਹੀਂ ਆਪਾਂ ਚੈੱਕ ਕਰਨਾ। ਡਿਵੀਜ਼ਰ ਰਿੰਗ ਦੇ ਵਿੱਚ ਆਪਾਂ ਇਨਵਰਸ ਕਿਹਦਾ ਚੈੱਕ ਕਰਨਾ? ਓਨਲੀ ਨॉन ਜ਼ੀਰੋ ਐਲੀਮੈਂਟ। ਓਕੇ ਜੀ। ਇਸ ਤੋਂ ਅਗਲਾ ਕੀ ਚੈੱਕ ਕਰਨਾ ਆਪਾਂ ਇਹਦੇ ਵਿੱਚ? ਇਹਦੇ ਯੂਨਿਟਸ ਕਿਹੜੇ ਕਿਹੜੇ ਹੋਣਗੇ? ਯੂਨਿਟਸ ਦਾ ਮਤਲਬ ਕੀ ਕਿਹੜੇ ਕਿਹੜੇ ਐਲੀਮੈਂਟ ਦਾ ਇਨਵਰਸ ਐਗਜ਼ਿਸਟ ਕਰਦਾ ਆ? नो यूनिट। ਕਿਸੇ ਦਾ ਵੀ ਨਹੀਂ ਹੁੰਦਾ ਤਾਂ ਇਹਦੇ ਕੀ ਹੋਣਗੇ? No. ਨੋ ਯੂਨਿਟ। ਕਰੈਕਟਰਿਸਟਿਕ ਕਿੰਨੀ ਹੋਏਗੀ ਇਹਦੀ? जीरो। ਹੁਣੇ ਮੈਂ ਤੁਹਾਨੂੰ ਬੋਲਿਆ ਸੀ ਜੇ ਇਨਫਾਈਨਾਈਟ ਆ ਤਾਂ ਉਹਦੀ ਕਰੈਕਟਰਿਸਟਿਕ ਕਿੰਨੀ ਹੁੰਦੀ ਆ? जीरो। ਠੀਕ ਹੈ ਜੀ, ਇਨਫਾਈਨਾਈਟ ਆ ਤਾਂ ਇਹਦੀ ਕਰੈਕਟਰਿਸਟਿਕ ਕਿੰਨੀ ਹੋਏਗੀ? ਜ਼ੀਰੋ। ਓਕੇ ਜੀ। ਲਾਸਟ ਕੁਐਸਚਨ ਇਹਦੇ ਚ ਅਨਡਿਪੈਂਡੈਂਟ ਐਲੀਮੈਂਟ ਕਿੰਨੇ ਹੋਣਗੇ ਤੇ ਨਿਲਪੋਟੈਂਟ ਕਿੰਨੇ ਹੋਣਗੇ? ਡਿਪੈਂਡੈਂਟ ਤੇ ਨਿਲਪੋਟੈਂਟ ਦੋਨੇ ਦੱਸ ਦਿਓ। डिपोटेंट सर जीरो ही होएगा। जीरो वन। ਹਾਂਜੀ ਇਹਦੇ ਚ ਵੀ ਜ਼ੀਰੋ ਤੇ ਇਹਦੇ ਚ ਵੀ ਜ਼ੀਰੋ। भी जीरो। ਠੀਕ ਹੈ, ਇਸ ਤਰ੍ਹਾਂ ਆਪਾਂ ਇਹਨੂੰ ਚੈੱਕ ਕਰਨਾ ਹੁੰਦਾ। ਠੀਕ ਹੈ ਜੀ, ਜੇ ਜੋ ਮਰਜ਼ੀ ਆ ਜਾਏ ਇਸ ਤੋਂ ਬਾਅਦ ਤੁਹਾਨੂੰ ਕੁਐਸਚਨ ਨਹੀਂ ਜਾਏਗਾ। ਅੱਗੇ ਚੱਲਦੇ ਆਪਾਂ। Z6 ਜਦੋਂ ਵੀ ਕਿਸੇ ਵੀ ਇੰਟੀਜ਼ਰ ਦੀ ਗੱਲ ਹੋਵੇ ਤਾਂ ਤੁਸੀਂ ਅੱਖਾਂ ਮੀਚ ਕੇ ਕੀ ਕਹਿ ਦੇਣਾ? ਇਹੋ ਮੇਰੇ ਕੋਲੇ ਕੀ ਹੈਗਾ ਆ। ਠੀਕ ਹੈ, ਡਰਨ ਦੀ ਲੋੜ ਨਹੀਂਗੀ। ਹਾਂਜੀ ਯੂਨਿਟੀ ਹੈਗੀ ਇਹਦੇ ਚ? यस सर। ਆ ਪਈ ਆ। यस सर। ਠੀਕ ਹੈ, ਤੁਸੀਂ 1 ਦੇਖਣਾ ਯੂਨਿਟੀ ਆ ਗਈ। ਓਕੇ ਜੀ। ਉਸ ਤੋਂ ਅਗਲਾ ਕੁਐਸਚਨ ਇੰਟੈਗਰਲ ਡੋਮੇਨ ਹੈਗਾ ਇਹ? ਫਿਰ ਤੁਸੀਂ ਇਹਦੇ ਨੰਬਰ ਕੋਲੇ ਪਹੁੰਚ ਜਾਣਾ। ਕਿਹੜਾ ਨੰਬਰ ਇਹ? ਪ੍ਰਾਈਮ? ਨਹੀਂ ਪ੍ਰਾਈਮ। ਜੇ ਤੁਹਾਨੂੰ ਪ੍ਰਾਈਮ ਨਹੀਂ ਦਿਖਿਆ ਤਾਂ ਅੱਖਾਂ ਬੰਦ ਕਰਕੇ ਕਹਿ ਦਿਓ ਕੀ ਹੈ ਤੁਹਾਡੇ ਕੋਲੇ? ਨॉट ਆਈਡੀ, ਨॉट ਇੰਟੈਗਰਲ। ਓਕੇ ਜੀ। ਨੈਕਸਟ ਫਿਰ ਉਸ ਤੋਂ ਬਾਅਦ ਆਪਾਂ ਡਿਵੀਜ਼ਰ ਰਿੰਗ ਚੈੱਕ ਕਰਦੇ ਹਾਂ। ਡਿਵੀਜ਼ਰ ਰਿੰਗ ਹੈਗਾ? वो भी नहीं आ गया। नो सर। ਨਹੀਂ ਹੋਏਗਾ नो। ਕਿਉਂਕਿ ਹਰ ਇੱਕ ਐਲੀਮੈਂਟ ਦਾ ਇਨਵਰਸ ਐਗਜ਼ਿਸਟ ਨਹੀਂ ਕਰਦਾ। ਠੀਕ ਹੈ ਜੀ, ਹਰ ਇੱਕ ਐਲੀਮੈਂਟ ਦਾ ਕੀ ਆ? ਇਨਵਰਸ ਐਗਜ਼ਿਸਟ ਨਹੀਂ ਕਰਦਾ। ਇੱਕ ਮਿੰਟ ਜੀ, ਬੁੱਕ ਡਿੱਗ ਪਈ ਨੀਚੇ। ਓਕੇ ਜੀ। ਨੈਕਸਟ ਕੁਐਸਚਨ ਹੈਗਾ ਇਹਦੇ ਚ ਆਪਣੇ ਕੋਲੇ ਫੀਲਡ ਹੈਗਾ? ਇਹਦੇ ਤੋਂ ਹੀ ਆਪਾਂ ਨੂੰ ਪਤਾ ਨॉट ਆਈਡੀ ਮੀਨਸ नो। नॉट नॉट फील्ड। फील्ड। ਦੇਖੋ ਬੜਾ ਮਜ਼ੇਦਾਰ ਕੰਮ, ਜੇ ਆਪਣੇ ਇੱਕ ਰਾਏ ਚੀਜ਼ਾਂ ਸਮਝ ਆਉਣ ਲੱਗ ਪੈਣ ਫਿਰ ਤਾਂ ਇੰਨਾ ਮਜ਼ਾ ਆਉਂਦਾ ਕਰਨ ਚ ਕੋਈ ਹਿਸਾਬ ਨਹੀਂ। ਫਿਰ ਉਸ ਤੋਂ ਬਾਅਦ ਹਾਂਜੀ ਇਹਦੇ ਯੂਨਿਟਸ ਕਿਹੜੇ ਕਿਹੜੇ ਹੋਣਗੇ? ਮਤਲਬ ਕਿਹੜੇ ਕਿਹੜੇ ਐਲੀਮੈਂਟ ਦਾ ਇਨਵਰਸ ਐਗਜ਼ਿਸਟ ਕਰਦਾ ਹੈ? ਓਕੇ ਜੀ, ਮੈਂ ਤੁਹਾਨੂੰ ਉਹਦਾ ਵੀ ਤਰੀਕਾ ਦੱਸਦਾ। ਮੰਨ ਲਓ ਤੁਸੀਂ 6 ਆਪਾਂ Z6 ਦੀ ਗੱਲ ਕਰਦੇ ਆ ਨੰਬਰ ਚੱਕੋ, ਜਿਹਦੀ GCD 1 ਆ ਇਹਦੇ ਨਾਲ ਉਹਦਾ ਇਨਵਰਸ ਐਗਜ਼ਿਸਟ ਕਰੇਗਾ, ਬਾਕੀਆਂ ਦਾ ਨਹੀਂ ਕਰੇਗਾ। ਠੀਕ ਹੈ, ਜਿਹਦੀ GCD ਆਪਾਂ ਇਹ ਲਿਖਦੇ ਹੁੰਦੇ ਸੀ ਨਾ, ਤੁਸੀਂ ਜੇ ਤੁਹਾਨੂੰ ਗਰੁੱਪ 'ਚ ਯਾਦ ਹੋਵੇ ਤਾਂ UN ਲਿਖਦੇ ਹੁੰਦੇ ਸੀਗੇ। ਕੀ ਲਿਖਦੇ ਹੁੰਦੇ ਸੀ? ਜਿਨ੍ਹਾਂ ਦੀ GCD N ਦੇ ਨਾਲ 1 ਆ ਉਹਦੇ ਯੂਨਿਟ ਹੋਣਗੇ। ਇਹ ਵੀ ਸੇਮ ਹੀ ਆ, 1 ਤੇ 1 and 5। 5। ਅਡਿਪੋਟੈਂਟ ਐਲੀਮੈਂਟ ਕਿਹੜੇ ਕਿਹੜੇ ਹੋਣਗੇ? ਓਕੇ, ਪਹਿਲਾਂ ਤਾਂ ਇਹ ਚੈੱਕ ਕਰ ਲਓ Z6 ਦੇ ਇੰਪੋਰਟੈਂਟ ਐਲੀਮੈਂਟ ਕਿੰਨੇ ਹੋਣਗੇ? 6
सर आवाज ही नहीं आ रही, ठीक है आवाज कटेगी सर, आवाज कटेगी सर बिल्कुल। हाँ जी रिपीट कर देना कोई ना। किन्ने इंपोर्टेंट एलिमेंट होंदे ने 2 पावर जिन्ने ਉਹਦੇ ਚ ਪ੍ਰਾਈਮ ਹੋਣ ਪ੍ਰਾਈਮ ਫੈਕਟਰਾਈਜੇਸ਼ਨ ਚ ਕਿੰਨੇ ਪ੍ਰਾਈਮ ਫੈਕਟਰਾਈਜੇਸ਼ਨ ਚ 1 ਤੇ 1 2 ਆ ਯਾਨੀ ਕਿ 2 ਪਾਵਰ 2 4 ਤਾਂ ਹੁਣ ਤੁਸੀਂ ਕੀ ਕਰਦੇ ਹੋ 2 ਫਾਈਂਡ ਕਰ ਲਿਓ 2 ਆਪਣੇ ਆਪ ਆ ਜਾਣੇ ਆ ਕੀ ਕਰਦੇ ਹੋ 2 ਫਾਈਂਡ ਕਰ ਦਿਓ 2 ਆਪਣੇ ਆਪ ਆ ਜਾਣੇ ਕਿਵੇਂ ਪਹਿਲਾਂ ਚੈੱਕ ਕਰੋ 0 ਤੇ 1 ਪੱਕੇ ਹੋਣਗੇ ਠੀਕ ਹੈ ਜੀ 0 ਤੇ 1 ਪੱਕੇ ਹੋਣਗੇ ਉਸ ਤੋਂ ਇਲਾਵਾ ਇੱਕ ਲੱਭ ਲਓ ਇੱਕ ਆਪਣੇ ਆਪ ਆ ਜਾਣਾ ਮੰਨ ਲਓ ਮੈਂ 3 ਚੱਕਦਾ ਦੇਖੋ 3 ਨੂੰ 3 ਕਿੱਦਾਂ ਹੋਏਗਾ ਜੀ 4 into 4 ਓਕੇ ਜੀ 3 into 3 ਕੀਤਾ 9 6 ਤੇ ਡਿਵਾਈਡ ਕੀਤਾ ਤਾਂ ਕਿੰਨਾ ਆ ਗਿਆ 3 ਯਾਨੀ ਕਿ ਇੱਕ ਮੇਰੇ ਕੋਲ ਕਿੰਨਾ ਆ ਗਿਆ 3 ਠੀਕ ਹੈ ਜੀ ਫਿਰ ਮੈਂ ਤੁਹਾਨੂੰ ਕਿਹਾ ਸੀ ਦੂਸਰਾ ਕੀ ਹੁੰਦਾ 1 ਮਾਈਨਸ 2 ਮਾਈਨਸ 2 ਦਾ ਮਤਲਬ ਇਹਦੇ ਚ ਕੀ ਹੁੰਦਾ ਆ 4 ਤਾਂ ਇਹ ਕਿੰਨਾ ਬਣ ਗਿਆ ਮੇਰੇ ਕੋਲੇ 4 ਠੀਕ ਆ ਮੈਂ ਸਿਰਫ 2 ਤਾਂ ਪੱਕੇ ਸੀ ਇੱਕ ਫਾਈਂਡ ਕਰ ਲਿਆ ਤੇ ਇੱਕ ਮੇਰੇ ਕੋਲੇ ਆਪਣੇ ਆਪ ਆ ਗਿਆ ਠੀਕ ਆ ਜੀ ਨਿਲਪੋਟੈਂਟ ਐਲੀਮੈਂਟ ਕਿਹੜਾ ਹੋਏਗਾ ਓਨਲੀ ਇਹਦੇ ਚ 0 ਹੋਏਗਾ ਹੋਰ ਕੋਈ ਵੀ ਇਹਦੇ ਚ ਨਿਲਪੋਟੈਂਟ ਐਲੀਮੈਂਟ ਨਹੀਂ ਬਣਦਾ ਤੇ ਕਰੈਕਟਰਿਸਟਿਕ ਲਾਸਟ ਤੇ ਆਪਾਂ ਇੱਕ ਕੁਐਸਚਨ ਰਹਿੰਦਾ ਸੀ ਕਿੰਨੀ ਹੋਏਗੀ 6 ਹੋਏਗੀ ਪਹਿਲਾਂ ਹੀ ਕਰ ਚੁੱਕੇ ਆ ਓਕੇ ਜੀ ਚਲੋ ਅੱਗੇ ਕਰਦੇ ਆਪਾਂ ਮੈਕਸਿਮਲ ਆਈਡੀਅਲ ਤੇ ਪ੍ਰਾਈਮ ਆਈਡੀਅਲ ਨੋਟ ਕਰ ਲਓ ਜੀ ਹਾਂਜੀ ਇਹਨਾਂ ਨਹੀਂ ਪਤਾ ਲੱਗਾ ਤਾਂ ਦੀ ਗੱਲ ਹੀ ਉਹਦਾ ਸੈੱਟ ਬਣਾ ਦਾਂ ਤਾਂ ਉਹ ਮੇਰੇ ਕੋਲ ਕੀ ਬਣੂਗਾ ਉਹਦਾ ਸੈਂਟਰ ਬਣੇਗਾ ਠੀਕ ਹੈ ਜੀ ਜਿੰਨੀਆਂ ਵੀ ਮੈਟ੍ਰਿਕਸ ਕਮਿਊਟ ਕਰਨੀਆਂ ਨਾਨ ਕਮਿਊਟ ਵਾਲੀਆਂ ਛੱਡ ਕੇ ਠੀਕ ਹੈ ਜੀ ਆ ਵੀ ਛੱਡ ਦਿਓ ਲੈਫਟ ਇਨਹੈਰਿਟਰ ਲੋੜ ਹੀ ਨਹੀਂ ਦੀ ਸਾਰਾ ਨਾ ਪੜਿਓ ਜਿਹੜੀਆਂ ਮੈਂ ਛਡਾ ਰਿਹਾ ਉਹਨੂੰ ਪਲੀਜ਼ ਛੱਡ ਦਿਓ ਕਈ ਵਾਰ ਆਪਾਂ ਨੂੰ ਆਦਤ ਹੁੰਦੀ ਹੈ ਨਹੀਂ ਮੈਂ ਉਹਨੂੰ ਵੀ ਪੜ ਲਾਂ ਉਹਨੂੰ ਵੀ ਪੜ ਲਾਂ ਤੇ ਆਪਾਂ ਟਾਈਮ ਵੇਸਟ ਨਹੀਂ ਕਰਨਾ ਹੁੰਦਾ ਓਕੇ ਜੀ ਇੰਟਰਸੈਕਸ਼ਨ ਮੇਰੇ ਕੋਲੇ ਜਿੰਨੇ ਮਰਜ਼ੀ ਹੋ ਜੇ ਉਹਨਾਂ ਦੀ ਮੇਰੇ ਕੋਲੇ ਕੀ ਹੋਏਗਾ ਆਈਡੀਅਲ ਹੋਵੇ ਜਾਂ ਕੱਲਾ ਆਈਡੀਅਲ ਹੋਵੇ ਕੋਈ ਫਰਕ ਨਹੀਂ ਇੱਥੇ ਭਾਵੇਂ ਨੋਟ ਕਰ ਲਓ ਲੈਫਟ ਰਾਈਟ ਤੇ ਭਾਵੇਂ ਕੱਲੇ ਆਈਡੀਅਲ ਦੀ ਗੱਲ ਕਰਦਾ ਇੰਟਰਸੈਕਸ਼ਨ ਤੇ ਕੋਈ ਫਰਕ ਨਹੀਂ ਪੈਂਦਾ ਯੂਨੀਅਨ ਤੇ ਪਏਗਾ ਯੂਨੀਅਨ ਕਦੋਂ ਹੋਏਗੀ ਆ ਦੇਖੋ ਜਦੋਂ ਜਾਂ ਤਾਂ A B ਚ ਕੰਟੇਨ ਹੋਵੇ ਤੇ ਜਾਂ B A ਦੇ ਵਿੱਚ ਕੰਟੇਨ ਹੋਵੇ ਠੀਕ ਹੈ ਜੀ ਅੱਗੇ A ਤੇ B ਦੋ ਆਈਡੀਅਲ ਆ ਤੇ ਫਿਰ ਉਹਨਾਂ ਦਾ ਸਮ ਵੀ ਮੇਰੇ ਕੋਲੇ ਕੀ ਹੋਏਗਾ ਆਈਡੀਅਲ ਹੋਏਗਾ ਸਮ ਵੀ ਹੋਏਗਾ ਓਕੇ ਜੀ ਹਾਂਜੀ ਜਨਰੇਟ ਹੋਏਗਾ A ਯੂਨੀਅਨ B ਤੋਂ ਯਾਨੀ ਕਿ A plus B ਕੀ ਆ ਸਮਾਲੈਸਟ ਆਈਡੀਅਲ ਆ ਜਿਹੜਾ A ਯੂਨੀਅਨ B ਨੂੰ ਕੰਟੇਨ ਕਰਦਾ ਹੁਣ ਇਹਦੇ ਚ ਕੀ ਆ ਪ੍ਰੋਡਕਟ ਵੀ ਕੀ ਹੋਏਗੀ ਆਈਡੀਅਲ ਹੋਏਗੀ ਅਗਰ A ਤੇ B ਦੋਨੋਂ ਕੀ ਆ ਮੇਰੇ ਕੋਲੇ ਆਈਡੀਅਲ ਆ ਤਾਂ ਆ ਛੱਡ ਦਿਓ ਨੀਚੇ ਵਾਲੀਆਂ ਕੋਈ ਕੁਝ ਨਹੀਂ ਹੁੰਦਾ ਇਸ ਤੋਂ ਬਿਨਾਂ ਹੀ ਹੋ ਜਾਏਗਾ ਇੱਕ ਮਿੰਟ ਮੈਨੂੰ ਇਹ ਰੀਡ ਕਰ ਲੈਣ ਦਿਓ ਆਪਾਂ ਨੂੰ ਕੁਝ ਚਾਹੀਦਾ ਹਾਂਜੀ ਫਸਟ ਰਿਜ਼ਲਟ ਵੈਰੀ ਇੰਪੋਰਟੈਂਟ ਅਗਰ ਮੰਨ ਲਓ ਮੇਰੇ ਕੋਲੇ ਆ ਕੀ ਆ ਪੂਰੇ ਦਾ ਪੂਰਾ R ਆ ਠੀਕ ਹੈ ਜੀ ਆ ਮੇਰੇ ਕੋਲੇ ਅੰਦਰ ਮੈਂ ਲੈ ਲਿਆ U ਅਗਰ ਇਹ ਮਿਟੀ ਗਿਆ ਆ ਮੈਂ ਲੈ ਲਿਆ R ਆ ਲੈ ਲਿਆ ਮੈਂ ਅੰਦਰ U ਅਗਰ U ਦੇ ਵਿੱਚ ਮੇਰੇ ਕੋਲੇ 1 ਹੋ ਜੇ ਅੰਦਰ ਵਾਲੇ U ਦੇ ਵਿੱਚ ਠੀਕ ਆ ਤਾਂ ਫਿਰ ਮੇਰੇ ਕੋਲੇ ਹਮੇਸ਼ਾ ਕੀ ਹੋਏਗਾ U = R ਹੋਏਗਾ ਇਹ ਨੋਟ ਕਰ ਲਓ ਕਿਉਂ ਹੋਏਗਾ ਉਹ ਵੀ ਦੱਸ ਦੇਣਾ ਆ ਆਈਡੀਅਲ ਆਪਣੇ ਕੋਲੇ ਠੀਕ ਆ U is ਆਈਡੀਅਲ ਮੰਨ ਲਓ ਤੁਸੀਂ ਇਥੋਂ ਕੀ ਲੈ ਲਿਆ ਇੱਕ R ਲੈ ਲਿਆ ਠੀਕ ਆ ਜਿਹੜਾ ਮਰਜ਼ੀ R ਮਤਲਬ ਜਿਹੜੀ ਤੁਸੀਂ R ਲਈ ਜਾਓਗੇ ਉਹ ਵਾਪਸ ਕਿਹਦੇ ਵਿੱਚ ਪਹੁੰਚ ਜਾਏਗੀ U ਦੇ ਵਿੱਚ ਜਿੰਨੀਆਂ ਅਲੱਗ-ਅਲੱਗ ਲਾਓਗੇ ਤਾਂ ਫਿਰ ਅਲਟੀਮੇਟਲੀ ਕੀ ਬਣ ਜਾਏਗਾ U ਤੇ R ਦੋਨੋਂ ਬਰਾਬਰ ਬਣ ਜਾਣਗੇ ਠੀਕ ਹੈ ਜੀ ਨੋਟ ਕਰ ਲਓ ਇਹਨੂੰ ਜੇ ਨਹੀਂ ਪਤਾ ਲੱਗਾ ਤਾਂ ਪਲੀਜ਼ ਰਿਪੀਟ ਕਰਿਓ ਰਿਪੀਟ ਕਰ ਦਿਓ ਹਾਂਜੀ ਮੰਨ ਲਓ ਮੈਂ ਕੀ ਕਹਿ ਰਿਹਾ ਅਗਰ ਆ ਜਿਹੜਾ ਅੰਦਰ U ਲਿਆ ਇਹ ਮੇਰੇ ਕੋਲ ਇੱਕ ਆਈਡੀਅਲ ਆ
अगर आइडियल दे विच 1 होवे, ठीक है, तां सारे दा सारा u r दे बराबर ही होएगा। मतलब मैं इनू इस तरह कहूंगा आ सारा मेरे को u ही आ। क्यों? रीजन मान लो तुसी इथों की लिया एक r लई, r मान लो तुसी 2 ले लिया, ये सारे एलिमेंट होणगे ना, 2 दी जदों मैं 1 नाल मल्टीप्लाई करूंगा 2 होएगा, ये पक्का u च होएगा ना। आइडियल दी गल करदे हैं, 2 भी विच चला गया, ये तो उन्हें फिर विच चले जाना। मतलब जिन्नियां भी तुसी r लाओगे इहदे च सारियां सारियां कित्थे पहुंच जाणगियां? u दे विच, क्योंकि अपने कोल किहदे नाल 1 दे नाल मल्टीप्लाई करी जा रहे हैं आपां इक, तो सारियां विच पहुंच गईयां। जे सारियां विच पहुंच गईयां तो फिर बनेगा बिल्कुल u इज इक्वल टू r। ठीक है जी, वेरी इंपॉर्टेंट रिजल्ट। हाँ जी, अगर मेरे को कोई भी फील्ड आ सेकंड, अगर मेरे को की है कोई भी फील्ड आ, ਉਹਦੇ सिर्फ की होएगे मेरे को 2 आइडियल होणगे। ਕਿਹੜੇ ਕਿਹੜੇ? एक तो मेरे को 0, एक ਉਹ खुद। ठीक है, फील्ड की गल करते हैं। हाँ जी, अगे आ जाओ। आ सेम ही हो गया अपने को, फील्ड की गल करता पे इंडायरेक्टली, कमोटेटिव रिंग विद यूनिटी की गल करी है। ठीक है, तां भी मेरे को की होएगा ਇਹਦੇ, ठीक है, हुण ਇਹਨੇ उल्टा ਇਹਨੂੰ ही मतलब उल्टा करके लिखा होया, कमोटेटिव रिंग विद यूनिटी ते ਉਹਦੇ ਕਹਿੰਦਾ भी सिर्फ 2 आइडियल आ, ਉਹ मेरे को फील्ड होएगी। ठीक है जी, फिर अगे आ गया जी, ए डिवीजन रिंग हैज नो प्रॉपर आइडियल। प्रॉपर आइडियल का मतलब की आ, ਇਹਦੇ भी सिर्फ मेरे को जो डिवीजन रिंग की गल करता तो सिर्फ 2 ही होणगे, एक 0 ते एक खुद होएगा। ठीक है जी, हाँ जी, इन्हें नोट कर लो, ये इंपॉर्टेंट सीगा। हाँ जी, हुण Z ते ZN की गल करदा पिया, Z ते ZN की गल करदा पिया। हुण आइडियल ऑफ ZN किहड़ी फॉर्म दे होणगे? हमेशा NZ की फॉर्म दे विच होणगे। कादे? Z की गल करदा, मतलब आ मेरे को पूरे दा पूरा Z आ, अगर ਇਹਦਾ कोई इत्थे आइडियल लेना है आपां अंदर, आ वाला आइडियल, ਤਾਂ ਇਹ ਕਿਹੜੀ ਫਾਰਮ ਦੇ ਫਾਰਮ ਵਿੱਚ ਹੋਣਗੇ? NZ ਦੀ ਫਾਰਮ ਦੇ। ਕਹਿਣ ਦਾ ਮਤਲਬ ਕੀ ਆ, ਇੱਥੇ ਕੀ ਹੋ ਸਕਦਾ ਆ? 2Z ਹੋ ਸਕਦਾ ਆ, 3Z ਹੋ ਸਕਦਾ ਆ, -5Z ਹੋ ਸਕਦਾ ਆ, -8Z, ਕੁਝ ਵੀ ਹੋ ਸਕਦਾ। ਇਹ ਆਈਡੀਅਲ ਬਣਨਗੇ। ਠੀਕ ਹੈ ਜੀ, मतलब ये सारियां प्रॉपर्टीज होल्ड करनगे। ठीक है जी, ओके जी। ਹੁਣ ਇਹਦੇ ਚ ਕੀ ਹੈ, ਜਦੋਂ ਆਪਾਂ Z ਦੀ ਗੱਲ ਕਰਾਂਗੇ, ਜਿੰਨੇ ਵੀ ਸਬ ਰਿੰਗ ਤੇ ਆਈਡੀਅਲ ਸੇਮ ਹੋਣਗੇ, ਕੋਈ ਫਰਕ ਨਹੀਂ ਪਏਗਾ। ਠੀਕ ਹੈ ਜੀ, ਹੁਣ ਆ ਆਪਣੇ ਕੋਲੇ ਕੁਝ ਲਾਜ਼ ਨੇ, ਇਹਨਾਂ ਨੂੰ ਚੰਗੀ ਤਰ੍ਹਾਂ ਰੀਡ ਕਰ ਲਿਓ। ਪਹਿਲਾ ਕੀ ਹੈ ਮੇਰੇ ਕੋਲੇ, ਅਗਰ MZ plus NZ ਆ, ਤਾਂ ਇਹ ਕਿਹਦੇ ਬਰਾਬਰ ਹੋਏਗਾ? ਜਦੋਂ ਆਪਾਂ ਇਹਨਾਂ ਨੂੰ ਲਿਖਣਾ ਹੋਵੇ ਤਾਂ GCD of ਬ੍ਰੈਕਟ ਦੇ ਵਿੱਚ M and N, ਇਹਨੂੰ ਮਲਟੀਪਲਾਈ ਕਰ ਦਿਓ Z ਦੇ ਨਾਲ। ਫਾਰ ਐਗਜ਼ਾਮਪਲ ਜਿਵੇਂ ਇਹ ਮੈਂ 2Z ਲਿਖਦਾ, ਇਹ ਮੈਂ 7Z ਲਿਖਦਾ। ओके, ਹੁਣ GCD फाइंड करनी है मैं 2 and 7 ਦੀ। ठीक है, 2 and 7 ਦੀ ਕਿੰਨੀ GCD ਹੁੰਦੀ ਹੈ ਆਪਣੇ ਕੋਲੇ? ग्रेटेस्ट कॉमन डिवाइजर कितना होएगा? बोल दो भाई, 1 ही होएगा ना। मेरे को किहदे बराबर हो जाएगा? ये सारे Z दे। ठीक है जी, ओके जी। जे मैं इत्थे 8 कर दिंदा ਤਾਂ ਹੁਣ ਇੱਥੇ ਕਿਹਦੇ ਬਰਾਬਰ ਆ ਜਾਣਾ ਸੀ? 2 ਦੇ। ओके जी, फिर अगे इंटरसेक्शन देख लो, इंटरसेक्शन च किहदे बराबर होएगी? LCM दे बराबर होगी, लीस्ट कॉमन मल्टीप्लाई। जिवें 2Z इंटरसेक्शन विद 8Z, हुण ये किहदे बराबर होएगा? लीस्ट कॉमन मल्टीपल। किहड़ा होएगा इहदा? 8 किहदे बराबर होएगा? LCM दे। वो कितना होएगा मेरे को? 8। अगे देख लो जी, अगर इन्हां दी मल्टीप्लाई देखनी होवे MZ ते NZ, इहनूं की कर दो, M N नूं दोनों नूं मल्टीप्लाई कर दो। हाँ जी, ये इंपॉर्टेंट है। सबसेट किहदा? NZ दा। कदों? अगर मेरे को N डिवाइड्स M हो जाए। कहने का मतलब की है मेरे को 4Z किहदा सबसेट होएगा? 2Z दा। ਜਾਂ 15Z किहदा सबसेट होएगा? 3Z ਦਾ। क्यों? देखो हुण ਇਹਦੇ ਚ एलिमेंट ज्यादा होणगे। क्यों? इस किस तरह के एलिमेंट होणगे? इधरों